बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, माशरे जो हैं वो सिर्फ सज़ाओं से नहीं बल्कि कानून की अमलदारी से पुरअमन हुआ करते हैं। कानून की जब अमलदारी होती है, कानून का खौफ जो है वो जराइम को रोका करता है। सिर्फ सजाएं जो हैं, सिर्फ किसी एक मौके पर सजा दे देने से माशरों में सुधार नहीं आया करता, बल्कि मुस्तकिल ये खौफ या ये ख्याल या ये राय कि कानून किसी भी वक्त हरकत में आ सकता है, किसी के भी खिलाफ हरकत में आ सकता है, ये जो खौफ है, ये जो कानून की अमलदारी है, ये माशरों को राह रास्त पर रखा करती है। हमने देखा कि पिछले कुछ अरसे में जिस तरीके से कुछ इदारों ने अपना काम किया है बढ़ चढ़कर, गो कि उन पर तनकीद भी हो रही है कि कुछ इदारे जो हैं वो अपनी हुदूद से तजावुज़ कर रहे हैं। इस पर बात हो सकती है, मगर हकीकत यह है कि इन इदारों की कार्रवाइयों के बाद कौम में एक जान सी पड़ती हुई पहली बार महसूस हो रही है। और आपको याद होगा वो वीडियो जिसमें एक रक्शे वाले ने गालिबन ये कहा था कि जरदारी अगर कोई करप्शन कर सकता है तो फिर मैं भी कर सकना वहां। इसी तरीके से अब लोग ये कहना शुरू हो गए हैं कि अगर नवाज शरीफ नाअहल हो सकता है तो कोई भी नाअहल हो सकता है, अगर ख्वाजा आसिफ पकड़ में आ सकता है तो कोई भी पकड़ में आ सकता है, अगर जहांगीर तरीन के खिलाफ कार्रवाई हो सकती है तो फिर किसी भी करप्ट सरकारी मुलाजिम के खिलाफ भी कार्रवाई हो सकती है। तो आपने देखा कि मैसेज कैसे ऊपर से नीचे जाना शुरू होता है। रंधावा साहब की जो फैमिली है वो भी नैब के खौफ में मुब्तला हो गई है। देखते हैं कि रंधावा साहब ने ऐसा क्या किया है और नैब इनके घर क्यों आएगी, और अगर आएगी तो क्या होगा। आपको लिए चलते हैं रंधावा साहब के घर, जहां फिलहाल बेगम रंधावा एक बहुत ही रोमांटिक गीत गुनगुना रही हैं, मगर रंधावा साहब कुछ बेजार नजर आते हैं। शाह जी बेजार तो उन्हें होना ही है, 12 किलो का दुआना कल ही खा गई है, वो तो बेचारा नाल परेशान भी हो गया है। सही कहा ਵੀਰੇ 70 ਸਾਲਾਂ ਦੇ ਵਿੱਚ ਸਿਆਸਤਦਾਨਾਂ ਨੇ ਪਾਕਿਸਤਾਨ ਨੂੰ ਇੰਨਾ ਨਹੀਂ ਖਾਦਾ ਜਿੰਨਾ 10 ਸਾਲਾਂ 'ਚ ਬਾਜੀ ਹੋਣੀ ਮਹਿਕਮੇ ਦੀ ਰੋਟੀ ਖਾ ਗਏ ਆ। ਉਹ ਵਾਰੀ ਖਾਂਦੇ ਨੇ, ਇਹ ਇੱਕੋ ਵਾਰੀ ਖਾ ਗਈ। ਇਹ ਤਾਂ ਠੰਡਾ ਵੀ ਨਹੀਂ ਸੀ ਹੋਣ ਦਿੰਦੇ, ਤਦ ਹੀ ਹਰ ਸਾਲ ਮੂੰਹ ਛਡਾਉਂਦੇ ਸਨ। ਤੂੰ ਉਹਨੂੰ ਗੋਲੀ ਮਾਰ ਕੇ ਤੈਨੂੰ ਮੈਂ ਆਪਣੀ ਮਿਸਫਾਇਰ ਮੇਰਾ ਸੱਤਿਆ ਮਿਸਟਰ ਇਧਰ ਆਇਆ ਨਾ ਮੀਸ ਨੇ ਆ ਮਾਫੀ ਚਾਹਨਾ, ਗਲਤੀ ਹੋ ਗਈ ਹੈ। ਗੱਲ ਕਰ ਮਾਫੀ ਚਾਹਨਾ, ਗਲਤੀ ਹੋ ਗਈ ਹੈ। ਮੇਰਾ ਘਰ ਬੇਗਮ ਇੰਨਾ ਵਜ਼ਨ ਚਕਾਤਾ ਮੇਰੀਆਂ ਖੱਲੀਆਂ ਚੜ ਗਈਆਂ। ਰੰਧਾਵਾ ਸਾਹਿਬ ਇੰਜ ਖਲੋਤੇ ਜਿਵੇਂ ਯਖਨੀ ਵਾਲਿਆਂ ਨੇ ਮੁਰਗਾ ਟੰਗਿਆ ਹੈ। ਇਹ ਕਾਂਟਾ ਵੇਖੀ ਨਹੀਂ ਇਹ ਮੈਂ ਤੇਰੀ ਨਾਸਾਂ 'ਚ ਧੁੰਨ ਦੇਣਾ ਵੇ। ਇਹ ਨਾਸਾਂ ਤੁਸੀਂ ਹੁਣ ਪਾਈਆਂ ਜੀ, ਪਹਿਲੇ ਅੱਖਾਂ 'ਚ ਮਾਰਨ ਲੱਗੇ ਸੀ। ਮਾਰਾ ਵੀ ਬੇਗਮ ਉਹ ਚ ਬਾਬੇ ਆ ਗਏ ਨੇ। ਇਹਦੀ ਮੈਂ ਖੱਬੀ ਬਾਂਹ ਹੀ ਵਢਾ ਲੈਣੀ ਹੈ। ਇਹ ਵੱਖਰਾ ਸਾਡੇ ਘਰ ਜਰਾਸਕ ਪਾਰਕ ਲੱਗਾ, ਟਰੱਕ ਦਵਾਣਿਆਂ ਦਾ ਖਾ ਕੇ ਗੱਲ ਹੱਸ ਚ ਪਾਈ। ਤੇ ਮੁੱਤੇ ਮੈਂ ਕਿਹਾ ਛੱਡੋ ਨਾ, ਤੁਸੀਂ ਮੈਨੂੰ ਕਿਹੜੇ ਵਕਤਾਂ 'ਚ ਪਾ ਛੱਡੇ। ਹਾਂ ਜ਼ਿਆਦਾ ਨਾ ਹਸਾਓ ਵੀਰੇ, ਕਿਧਰੇ ਜਿਹੜਾ ਖਾਦਾ ਉਹ ਹਜਮ ਜਲਦੀ ਨਾ ਹੋ ਜਾਵੇ। ਮੈਨੂੰ ਹਾਸੇ ਦਾ ਦੌਰਾ ਨਾ ਪਿਆ ਹੁੰਦਾ ਤੇ ਮੈਂ ਤੁਹਾਡੀ ਖਾਲ ਲਾ ਦੇਣੀ ਸੀ। ਹੱਸੋ ਸਗੋਂ ਖਾਣਾ ਹਜ਼ਮ ਹੋ ਜਾਏਗਾ, ਉਂਝ ਖਾਣਾ ਹਜ਼ਮ ਕਰਾਉਣ ਲਈ 500 ਦੀ ਫੱਕੀ ਖਾਣੀ ਪੈਂਦੀ ਤੁਹਾਨੂੰ। ਤੂੰ ਮੈਨੂੰ ਗੋਲੀ ਕਿਉਂ ਨਹੀਂ ਮਾਰਦਾ? ਆ ਜਦੋਂ ਰੰਧਾਵਾ ਸਾਹਿਬ ਦੀ ਐਸਪੀ ਸਾਹਿਬ ਕੋਲੋਂ ਸਰਜਨਸ਼ ਹੁੰਦੀ ਏ, ਇਹ ਬਹੁਤ ਹੱਸਦੀ ਏ। ਇਹ ਵੀ ਦੱਸ ਕਿ ਮੈਂ ਮਾਰਦੀ ਵੀ ਬੜਾ। ਮਿਸਫਾਇਰ ਇਹਨੂੰ ਕਰੋ ਕੱਢ, ਕਾਲੇ ਮੂੰਹ ਵਾਲੇ ਨੂੰ ਡਰਾਉਂਦਾ ਮੈਨੂੰ। ਬਹੁਤ ਅੱਛੇ, ਬੜੀ ਬੈਠ ਵੀ ਫਾਇਰਿੰਗ ਕੀਤੀ ਬਈ। ਸ਼ਾਹ ਜੀ ਇਹ ਅਸਲਾ ਠੀਕ ਹੈ, ਜਿੱਤੇ ਦੁਸ਼ਮਣ ਥੱਕ ਜਾਏ ਨੂੰ ਉੱਤੇ ਬਿਠਾ ਕੇ ਲੱਤਾਂ ਲੁੱਤਾਂ ਘੁੱਟ ਕੇ ਫੇਰ ਫਾਇਰ ਮਾਰ ਦਿਓ। ਮੈਨੂੰ ਹਾਸੇ ਵਾਲੇ ਦੌਰੇ ਚੋਂ ਕੱਢ ਲਓ, ਨਹੀਂ ਤੇ ਇਹਨੇ ਮੈਨੂੰ ਜ਼ਖਮੀ ਕਰ ਦੇਣਾ ਜੀ। ਸ਼ਾਹ ਜੀ ਇਹਨੂੰ ਹੱਸਣ ਹੁਸਣ ਦਾ ਦੌਰਾ ਕੋਈ ਨਹੀਂ ਜੇ ਪਿਆ। ਅੱਜ ਜਦੋਂ ਦਾ ਖਵਾਜਾ ਆਸਫ ਨਾਅਹਲ ਹੋਇਆ ਉਦੋਂ ਦੀ ਖੁਸ਼ ਹੋਣ ਡਈ। ਇਹ ਆਪਾਂ ਸ਼ੀਰੀ ਮਜ਼ਾਰੀ ਹੈ। ਨਹੀਂ ਇਹ ਚਾਚਾ ਸ਼ੀਰੀ ਮਦਾਰੀ ਹੈ। ਆ ਸ਼ੀਰੀ ਮਜ਼ਾਰੀ ਨੂੰ ਵੀ ਜਦੋਂ ਦਾ ਖਵਾਜਾ ਆਸਫ ਸਾਹਿਬ ਨੇ ਟਰੈਕਟਰ ਟਰਾਲੀ ਕਿਹਾ ਉਦੋਂ ਦੀ ਵਿਚਾਰੀ ਬਦਦੁਆਵਾਂ ਦੇਣ ਡਈ ਸੀ, ਕਬੂਲ ਹੋ ਗਈ। ਨਾਲੇ ਤੁਸੀਂ ਭਾਜੀ ਤੇ ਹੱਸਣ ਦੀ ਗੱਲ ਕਰ ਰਹੇ ਹੋ, ਨੂਨ ਲੀਗ ਵਾਲੇ ਤੇ ਇੱਕ ਦੂਜੇ ਨੂੰ ਮਿਲ ਕੇ ਹੱਸਣ ਡਏ ਨੇ। ਤੂੰ ਵੀ ਨਾਅਹਲ ਹੋ ਗਿਆ। ਉਹ ਮੈਂ ਤਾਂ ਤੇਰੇ ਤੋਂ ਪਹਿਲੇ ਹੋ ਗਿਆ ਸੀ। ਐਸਾ ਨਹੀਂ, ਇਕਬਾਲ ਸਾਹਿਬ ਕਹਿੰਦੇ ਮੈਂ ਰਹਿ ਗਿਆ, ਕਹਿੰਦੇ ਕੁਝ ਦਿਨ ਠਹਿਰ ਜਾ ਤੈਨੂੰ ਵੀ ਕਰਾਉਨੇ ਆ। ਇਹ ਸਾਰਿਆਂ ਨੇ ਵੱਜ ਜਾਣਾ ਸੀ, ਇਹ ਸ਼ਾਹ ਜੀ ਨੇ ਸਪੀਚਾਂ ਕਰ ਕਰਕੇ ਕਰਾਏ ਨੇ। ਉਹ ਤਾਂ ਪੀਟੀਆਈ ਵਾਲੇ ਕਹਿੰਦੇ ਤੁਸੀਂ ਸਪੀਚ ਕਰਦੇ ਰਿਹਾ ਕਰੋ, ਤੁਹਾਡੇ ਬੋਲਣ 'ਚ ਬੜੀ ਸ਼ਫਾ ਹੈ। ਛੱਡੋ ਨਾ ਰੰਧਾਵਾ ਸਾਹਿਬ। ਇਹ ਪਿਆਜ ਰੰਧਾਵਾ। ਆਏ ਹਾਏ ਰੰਧਾਵਾ ਸਾਹਿਬ, ਤੁਹਾਡੇ ਕੋਲ ਭਾਬੀ ਸੰਭਾਲੀ ਨਹੀਂ ਜਾਣ ਰਹੀ,
ਤੁਸੀਂ ਇੰਜ ਕਰੋ, ਇਹਨੂੰ ਮਾਲਖਾਨੇ ਜਮ੍ਹਾਂ ਕਰਾ ਦਿਓ। ਮਾਲਖਾਨੇ ਚ ਤਾਂ ਪਹਿਲੇ ਉਹਨਾਂ ਨੇ ਕਢਾਈ ਹੈ। ਮੰਨਿਆ ਜਿਆ ਉਹਨੂੰ ਗੋਲੀ ਮਾਰ, ਤੈਨੂੰ ਮੈਂ ਨਿਬੜ ਲੈਣੀ। ਮਾਫੀ ਚਾਹੁੰਦਾ, ਗਲਤੀ ਹੋ ਗਈ। ਲਓ ਮਾਲਖਾਨੇ ਜਮ੍ਹਾਂ ਕਰਾ ਦਿਓ ਤਾਂ ਕਿ ਉੱਥੇ ਕਿਸੇ ਦਾ ਮਾਲ ਸਲਾਮਤ ਨਾ ਰਵੇ। ਅੱਛਾ ਤੂੰ ਤੇ ਸਲਾਮਤ ਹੈ, ਮੈਂ ਤੇ ਸਲਾਮਤ ਇਧਰ ਹੈ। ਰੰਧਾਵਾ ਸਾਹਿਬ ਉੱਤੋਂ ਛੋਟੇ ਕਰ ਦਿਓ। ਆਏ ਮੈਂ ਕਿੱਥੇ ਟੁਰ ਜਾਵਾਂ? ਉਹ ਕਹਿਣ ਤੇ ਡੈਡ ਮਾਲਖਾਨੇ ਟੁਰ ਜਾ। ਕਿਹੜੇ ਮੁਗਲ ਖਾਨੇ ਵੇ? ਮਿਸ ਫਾਇਰ ਰਾਈਟ। ਬਾਜੀ ਤੁਸੀਂ ਕਿਸੇ ਦਰਬਾਰ ਤੇ ਚਲੇ ਜਾਓ, ਕਿਉਂਕਿ ਰੋਟੀ ਤੁਹਾਡੀ ਉੱਥੇ ਹੀ ਪੂਰੀ ਹੋ ਸਕਦੀ ਹੈ। ਮਾਫੀ ਚਾਹੁੰਦਾ, ਗਲਤੀ ਹੋ ਗਈ। ਓਏ ਦਰਬਾਰ ਤੇ ਨਾ ਭੇਜਣਾ ਭਾਈ, 40 ਮਲੰਗ ਭੁੱਖੇ ਮਰਵਾ ਕੇ ਇਹਨੂੰ ਕੱਲੀ ਨੂੰ ਰਜਾਉਂਦੇ ਫਿਰੀਏ ਅਸੀਂ। ਬਹੁਤ ਅੱਛੇ, ਮਲੰਗ ਦਵਾਵਾਂ ਦੇਣ ਦੀ ਬਜਾਏ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦੇਣ। ਤੈਨੂੰ ਨਹੀਂ ਲੱਗੀ ਬਦਦੁਆ ਅਜੇ ਤੱਕ ਮੇਰੀ ਹੈ? ਤੈਨੂੰ ਨਹੀਂ ਲੱਗੀ ਬਦਦੁਆ? ਤੇਰਾ ਅਗਰ ਕੀ ਹੋ ਅਸੀਂ ਮੀਆਂ ਬੀਵੀ ਤਫਤੀਸ਼ ਕਰਨੇ। ਇਹਨੂੰ ਹੋਰ ਮਾਰੋ, ਠੰਡੀ ਇਸਤਰੀ ਨਾਲ ਕੱਪੜੇ ਇਸਤਰੀ ਕਰਨ ਡਿਆ ਸੀ। ਤੇ ਤੂੰ ਪਾਏ ਕਰਨੇ ਹੁਣ ਤਾਂ ਥੋੜੀ ਤੇਰਾ ਅਗਰ ਕੀ ਹੈ? ਸਾਜੀ ਮੀਆਂ ਬੀਵੀ ਤਫਤੀਸ਼ ਕਰਦੇ ਨੇ, ਇਸ ਲਈ ਮੁਜਰਮ ਛੇਤੀ ਮੰਨ ਜਾਂਦਾ। ਮੈਨੂੰ ਗੋਲੀ ਕਿਉਂ ਨਹੀਂ ਮਾਰਦਾ? ਮੈਂ ਅੱਗੇ ਰੰਧਾਵਾ ਸਾਹਿਬ ਨੂੰ ਆਪਣੇ ਦਿਲ ਦੀ ਗੱਲ ਦੱਸਣ ਲੱਗੀ ਸਾਂ। ਲੱਗੀ ਜੇ ਕੁਝ ਖਾਣ ਲਈ ਮੰਗਾਉਣ। ਨਹੀਂ ਰੰਧਾਵਾ ਸਾਹਿਬ, ਮੈਂ ਤੇ ਤੁਹਾਨੂੰ ਇਹ ਦੱਸਣ ਲੱਗੀ ਸਾਂ। ਹੈਲੋ ਸਾਜੀ, ਇਹ ਵਾਹਦ ਕਬੂਤਰੀ ਹੈ ਜਿਹੜੀ 80,000 ਦਾ ਦਾਣਾ ਖਾ ਜਾਂਦੀ। ਰੰਧਾਵਾ ਸਾਹਿਬ ਭਾਬੀ ਤਾਂ ਐਵੇਂ ਬਣੀ ਹੋਈ ਹੈ, ਕਬੂਤਰੀ ਤਾਂ ਅਸਲ 'ਚ ਤੁਸੀਂ ਲੱਗ ਰਹੇ ਹੋ। ਮਾਫੀ ਚਾਹੁੰਦਾ, ਗਲਤੀ ਹੋ ਗਈ ਹੈ। ਨਾਲੇ ਵਾਹਦ ਕਬੂਤਰੀ ਜੇ ਜਿਹਦਾ ਵਜ਼ਨ ਬੋਇੰਗ 777 ਤੋਂ ਜ਼ਿਆਦਾ ਜੀ। ਅੱਛਾ ਜੀ। ਮਿਸ ਫਾਇਰ। ਬੇਗਮ ਪੂਰੀ ਰੇੜੀ ਮੈਂ ਤੈਨੂੰ ਤਰਬੂਜ ਦੀ ਖਵਾਤੀ ਹੈ, ਫਿਰ ਮਿਸਫਾਇਰ ਕਰ ਰਹੀ ਹੈ। ਬੂਮ ਤੇਰੀ ਇਹ ਕਬੂਤਰੀ ਦੀ ਇੰਜੀ ਆਵਾਜ਼ ਹੁੰਦੀ ਹੈ, ਕੀ ਔਖੇ ਵੇ? ਗੁਟਰਗੂ ਗੁਟਰਗੂ। ਵੀਰੇ ਕਿਤੇ ਆਂਡਾ ਤੇ ਨਹੀਂ ਦੇਣ ਲੱਗਾ। मैंने अंडा दे के कहना माफी चाहना, गलती हो गई। नाज़रीन स्टे विद अस, कहीं नहीं जाइएगा, छोटे से वक्फे के बाद वापस आते हैं। प्रोग्राम के अगले मरले में आपके लिए बहुत कुछ है। आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। बढ़ते हैं रंधावा हाउस की तरफ और देखते हैं अब वहां क्या हो रहा है। खबरदार, कोई नस्ल बचने की कोशिश ना करे। अच्छा जी। कोई कोई अपने प्यार की बेटी ने छड़े, क्योंकि ना चीज नु कहंदे ने तुफैल पकड़ो और मैं नौरीन ठंडी तासीर गरम चपेड़ एहो जी मार दी कि 7 दिन साड़ नहीं जाता। ਬੇਗਮ ਸਾਹਿਬਾ ਲੱਗਦਾ ਕੋਈ ਵੱਡਾ ਦਾਰਾ ਪੈ ਗਿਆ। कोई असासा, कोई आसा, कोई पासा, कोई पटाखा, कोई डाका, कोई काका छुपाने की कोशिश ना करना, क्योंकि तुफैल पकड़ो खुद आए। ਹਰਕਤਾਂ ਦੇ ਵਾਜਦ ਜ਼ਿਆਰਗੀਆਂ ਕਰਨ ਡਿਆ। ओवर टू नौरीन ठंडी। मेरे ना तो है ना समझना कि मैं कोई गोले गंडे की रेड़ी लानी है। असी मैं वालों आए हैं। लोग गए ता हयात। खामोश वाहियात। अच्छा जी, नैब के नाम पे इनका तो गिरना समझ आता है, आप क्यों गिरे हैं? शाह इस तो भी फड़ लेंदे ने, सानू वेख के डिगे क्यों नहीं? यार कालू आ 2-3 हज़ार रुपए ਨੂੰ ਨੈਪ ਪੈ ਜਾਂਦਾ। ਜੇ ਡਾਲਰਾਂ ਦੀ ਥੱਦੀ ਚੋਂ ਕੱਢੇ ਹੋਣ ਤੇ ਪੈ ਜਾਂਦਾ। ਭਾਈ ਜੀ ਮੇਰੇ ਕੋਲ ਕਸਮ ਚੁਕਾ ਲਵੋ, ਮੇਰੇ ਬੱਚੇ ਸਹੁਰੇ ਵੱਲ ਰਹਿੰਦੇ ਆ, ਮੇਰੇ ਕੋਲ ਕੋਈ ਫਲਾਈਟ ਨਹੀਂ ਹੈਗਾ। ओ भाई तेरे सौरे दा फ्लैट ही फड़िया गया है। हाय बस जी जी, क्योंकि नैब अजीम चोरों ते फड़ी रही ते नैब ने फैसला किया कि उस तो बाद ਅਸੀਂ ਵੱਡੇ ਚੋਰਾਂ ਨੂੰ ਫੜਾਂਗੇ। अच्छा। और उस तो बाद छोटे छोटे सारे चोर फड़ांगे। शाह जी मैंने लगता है सारा मुल्क अंदर देणगे, सारा मुल्क अंदर दे देता तो बाहर कौन फिरेगा? सिर्फ नैब वाले। हाँ भाई बीबी, ਇਹ ਜਿਹੜਾ ਤੁਸੀਂ ਸੈੱਟ ਪਾਇਆ ਹੈ, ਇਹ ਮਰੀਮ ਨਵਾਜ਼ ਸਾਹਿਬਾ ਨੇ ਆਪਣੀ ਧੀ ਦੇ ਵਿਆਹ ਤੇ ਪਾਇਆ ਸੀ, ਉਹਦੇ ਨਾਲ ਦਾ ਸੈੱਟ ਤੁਸੀਂ ਪਾਇਆ ਹੈ। ਇਹ ਦੂਸਰਾ ਸੈੱਟ ਕਿੱਥੋਂ ਆਇਆ? ਚਲੋ भाई तफ्तीश कराओ। हाँ जी हाँ जी। नहीं एक मिनट बेगम साहबा, पहले उनकी शनाख्त तो पूछें। ਉਹ ਸ਼ਾਜੀ ਸ਼ਨਾਖਤ ਹੋ ਤੇ गई ਆਉਂਦਿਆਂ ਚਪੇੜ मारी नहीं उन्होंने। ਕਹਿ ਤੇ ਰਹਿਣੇ ਸੀ ਨੈਬ ਤੋਂ ਆਇਆ। ओ भाई वो कह रहे हैं, मगर इस बात का सबूत क्या है? यहाँ तो आप अंदाजा करें कि फौजी वर्दियों में इतलात आती रही है कि लोग मेजर बन के, कर्नल बन के फ्रॉड करते रहे हैं, और आम आदमी ये समझता है कि इसका तसव्वुर भी नहीं हो सकता, वो धोखे में आ जाता है। यहाँ तक कि एक मौसूफ बहुत अरसे तक मिनिस्टर बन के लोगों को लूटते रहे और किसी को पता नहीं था, उसके बाद पकड़े गए वो। ਤੁਹਾਨੂੰ सबूत चाहिए? जी जी। मियां साहब के खिलाफ जिन्ने सबूत ने दुबई जाके मैं लब के ले आई हूं। ते 2 महीने उत्थे आप भी ते गुआची रही है ना। आह चीमा नु किन्ने फड़वाया? किने? मैं। 2-3 बारी ते मैंने भी फड़वा चुका।
मगर इससे ये कहां साबित होता है, ये तो आप दावा कर रही है ना, इससे ये कहां साबित होता है कि आप लोग वाकई नैब के अफसरान हैं? ਅੱਛਾ ਸਾਡਾ ਮੀਡੀਆ ਟ੍ਰਾਇਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਾਰੇ ਦੇ ਸਾਰੇ ਫੜੇ ਜਾਓਗੇ। ओए 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 मेरे पैर ते इस्त्री रखने की कोशिश की थी तू। ਉਹ ਜਨਾਬ ਇਸਤਰੀ ਤਾਂ ਹੈ ਪਈ ਏ। तू दिल च सोचा तो है ना कि नैब दे अफसर दे पैर ते रखा। ਸੋਚਿਆ ਤੇ ਮੈਂ ਕਿ ਮੂੰਹ ਤੇ ਰੱਖਾਂ। ये अपना मुंह बेगम बंद साहिबा, रख। मुझे ये नौसरबाज लग रहे हैं, ये जाली लोग लग रहे हैं, फ्रॉडिये लग रहे हैं। पूरी कौम को ऐसे लोगों से होशियार रहना चाहिए। मुख्तलिफ महकमों के अफसरान का रूप धार कर ये लोगों को लूटते हैं, इनकी शनाख्त चेक करें। डिफेंस से 5 कोठियां और 7 गड्डियां रखियां ने 2.5 ਕਰੋੜ ਦੀ ਤੁਸੀਂ ਕੜੀ ਪਾਈ ਹੈ। और पिछो सरगोदे पता कराया 8 बरबे तोड़ी जमीन है, ये मशहरे तो नहीं बढ़ती। तो फैल पकड़ो, कोई सुता नहीं। जिस मुल्क में करोड़ों लोग मेल न्यूट्रिशन का शिकार हो, 6 करोड़ से ज्यादा आबादी जो है वो बिलो पॉवर्टी लाइन हो, मैं लानत भेजता हूं अगर मेरे पास अरबों रुपया भी हो तब भी मैं 2.5 करोड़ की अगर घड़ी बांधूं। ਸਹੀ ਗੱਲ ਹੈ ਜੀ, ਮਹਿੰਗੀ ਘੜੀ ਬੰਨਣ ਦਾ ਕੀ ਫਾਇਦਾ, ਵਜਾਉਣੇ ਤੇ ਉਹਨੇ ਵੀ 12 ਹੀ ਨੇ। क्या बात की है सखावत साहब ने, काश हमारे जो उमरा हैं, हमारे जो अशराफिया है, उसको ये बात समझ में आ सके। क्या अच्छा शेर कहा है हमारी एक शायरा है शीरी परेशम साहिबा। माय नेबर। नहीं, ये दुबई में मुकीम है। तूने करोड़ों की ये घड़ी जो पहनी हुई है, ਵਾਹ ਵਾਹ। तूने करोड़ों की ये घड़ी जो पहनी हुई है, क्या ये आने वाला वक्त बता सकती है? क्या कहने। यकीन करो कि तुसी ये शेर सुना के तो फैल पकड़ो ते दिल ते हाथ पा ले। ਸਰ ਫੈਲ ਸਾਹਿਬ, ਜੀ ਤੁਸੀਂ ਜਦੋਂ ਰੋਂਦੇ ਹੋ ਲੱਗਦਾ ਸਿਲਵਰ ਦੀ ਕੌਲੀ ਘੁੱਟੀ ਹੈ। ਇਹ ਭਾਈਜਾਨ ਤੁਸੀਂ ਨੈਬ ਤੋਂ ਆਏ ਹੋ ਕਿ ਯਤੀਮਖਾਨੇ ਦਾ ਚੰਦਾ ਲੈਣ ਆਏ ਹੋ? कभी तुसी यतीमखाने च ना पलदे जे ना लोगों ने ਤੁਹਾਡਾ हक ना खादा ਹੁੰਦਾ। ਤੁਸੀਂ ਸਕੂਲ ਜਾਂਦੇ, ਉਹ ਤੁਸੀਂ ਗੰਦਾ ਪਾਣੀ ਨਾ ਪੀਂਦੇ, ਬਿਜਲੀ ਇੱਥੇ ਹੁੰਦੀ, ਹਰ ਚੀਜ਼ ਹੁੰਦੀ। ਅਸੀਂ ਵਾਅਦਾ ਕੀਤਾ ਕਿ ਅਸੀਂ ਉਹਨਾਂ ਚੋਰਾਂ ਕੋਲੋਂ ਹੱਕ ਖੋ ਕੇ ਨਾ ਯਤੀਮਾਂ ਚ ਵੰਡਾਂਗੇ। ख्यालात तो बहुत अच्छे हैं आपके, मगर सवाल ये है कि आप नैब के अफसरान हैं कि नहीं हैं? ਬਹੁਤ ਬੁਰਾ ਹੋਏਗਾ ਤੁਹਾਡੇ ਨਾਲ, ਤੁਸੀਂ ਇਹਨਾਂ ਦੀ ਗੱਲਾਂ ਜਾ ਰਹੇ ਹੋ। ਜੇਲ੍ਹ ਚ ਐਡਾ ਮੋਟਾ ਮੋਟਾ ਮੱਛਰ ਹੈ। ਭੈਣ ਛੱਡ ਦਿਓ ਇਹ ਗੱਲਾਂ ਨੂੰ, ਕਿਉਂ ਸਾਡੇ ਉੱਤੇ ਕੋਈ ਨਵੀਂ ਮੁਸੀਬਤ ਪਵਾਣੀ ਜੇ। नौरीन ਯੈਸ ਸਰ। चेक करो कि नैब दा ट्रक आया कि नहीं आया। ਸਰ ਜੀ ਆਇਆ ਸੀ, ਉਹ ਨਾਲ ਦੀ ਮੰਡੀ ਚੋਂ ਲੇਲੇ ਲੈ ਕੇ ਟੁਰ ਗਿਆ। ए ले ले ते ए वैड़ी किने खड़दी है। ਇਹ ਤੁਹਾਡੇ ਨਾਲ ਨਹੀਂ ਜਾ ਸਕਦੀ ਜੀ, ਵੈਰੀ ਸੌਰੀ। जिन्नियां तू गल्लां कर रहा दिल ते करदा तेरे ते पर्चा दे दे, पर दे नहीं सकदा ਕਿਉਂ ਜੀ? क्योंकि तेरे घर च 2 मंजियां, 3 प्यालियां, 4 गिलास, एक प्रीति जिंटा दा कैलेंडर है। ਸ਼ਾਹ ਜੀ, ਇਹ ਨੈਬ ਵਾਲਾ ਨਹੀਂ, ਇਹ ਸਫੈਦੀ ਵਾਲਾ ਜੀ। ਭਾਈ ਜੀ हाँ जी, ਪਰਚੇ 'ਚ ਮੇਰੇ ਲੋ ਇਹ ਨਹੀਂ ਲਿਖ ਸਕਦੇ ਵੀ ਮੈਂ ਫੈਸਲਾਬਾਦ ਛੁੱਟੀ ਤੇ ਗਿਆ ਹੋਇਆ। ये तुसी साडा पर्चा जरूर लम्मा करना है। ਵਿੱਚ ਮੈਂ ਸਟਾਫ ਲਿਖਦਾ, ਫਿਰ ਮੈਂ ਸ਼ਦਰੀ ਉਹ ਸ਼ੇਖਪੁਰਾ ਮੰਨ ਵਾਲਾ ਫੈਸਲਾ ਬਾਅਦ। ਹਾਂ ਬਈ ਬੀਬੀ ਦੱਸੋ, ਇਹ ਜਿਹੜਾ ਤੁਸੀਂ ਸੈੱਟ ਪਾਇਆ, ਇਹਦੇ ਨਾਲ ਦਾ ਸੈੱਟ ਮਰੀਮ ਨਵਾਜ਼ ਨੇ ਆਪਣੇ ਧੀ ਦੇ ਵਿਆਹ ਤੇ ਪਾਇਆ ਸੀ। ਉਹਨਾਂ ਕੋਲ ਜਿੱਥੋਂ ਪੈਸਾ ਆਇਆ ਉਹ ਤੇ ਦੁਨੀਆ ਵੇਖ ਰਹੀ ਹੈ। ਤੁਸੀਂ ਦੱਸੋ ਹਾਂ ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆਇਆ? ਬਾਜੀ ਇਹ ਸੈਟ ਤੇ ਮੈਂ ਅਨਾਰਕਲੀ ਤੋਂ ਲਿਆ ਹੈ। ਇਹ ਮਰੀਮ ਨਵਾਜ਼ ਅਨਾਰਕਲੀ ਜਾਂਦੀ? ਉਹ ਤੇ ਕਈ ਵਾਰ ਭਟੂਰੇ ਖਾਣ ਲਈ ਪਾਰਟੀ ਵੀ ਚਲ ਜਾਂਦੇ ਨੇ। ਮੋਹਤਰਮਾ, एडा महंगा सड़ तुसी नारकली चो किवें खरीद सकते हो? क्योंकि जिहड़ी असली नारकली सी ਉਹਨੇ ਨਹੀਂ ਪਾਇਆ ਤੇ ਤੁਸੀਂ ਕਿੱਥੋਂ ਖਰੀਦ ਲਿਆ? ਉਹਦਾ ਆਸ਼ਿਕ ਪੁਲਿਸ ਵਿੱਚ ਨਹੀਂ ਸੀ ਨਾ। ਸਹੀ ਗੱਲ ਹੈ, ਸ਼ਹਜ਼ਾਦਾ ਸਲੀਮ ਤੇ ਆਪ ਚੋਰੀਆਂ ਕਰਦਾ ਸੀ। ਕਈ ਵਾਰੀ ਅਕਬਰ ਬਾਦਸ਼ਾਹ ਦੇ ਪੈਸੇ ਕੱਢ ਕੇ ਜੂਏ ਤੇ ਲਾਤੇ ਉਹਨੇ। ਉਦੋਂ ਅਜੇ ਕ੍ਰਿਸ ਗੇਲ ਵੀ ਨਹੀਂ ਸੀ ਖੇਲਦਾ। ਬੀਬੀ ਜੈਸੀ ਤਲਾਸ਼ੀ ਲਈ ਤੇ ਤੁਹਾਡੇ ਨਾਲ ਬਹੁਤ ਬੁਰਾ ਹੋਏਗਾ। ਜੋ ਜੋ ਅੱਜ ਤੱਕ ਕੌਮ ਦਾ ਲੁੱਟਿਆ ਇੱਥੇ ਕੱਢ ਕੇ ਰੱਖ ਦਿਓ, ਸਾਡੇ ਨਾਲ ਪਲੀ ਬਾਰਗੇਨਿੰਗ ਕਰ ਲਓ। नो प्ले बारगेनिंग करने वाले ते मैं थुकदा नहीं। शायद जी ये नैब अफसर है कि ले ला। ਝੂਠ, ਬਿਲਕੁਲ ਝੂਠ ਬੋਲ ਰਹੇ ਨੇ ਤੁਫੈਲ ਪਕੜੋ ਸਾਹਿਬ। ਕਿੰਨੀ ਵਾਰੀ ਦਫ਼ਤਰ ਦੀ ਬੈਕ ਸਾਈਡ ਤੇ ਮੈਂ ਇਹਨਾਂ ਨੂੰ ਪਲੀ ਬਾਰਗੇਨਿੰਗ ਕਰਦੇ ਫੜਿਆ। अक्सर मैं पीछे प्ली बारगेनिंग कर रहे हो ना, ये उत्ते खलो के देख रहे होते और मुझे कहते मेरे मुंह च पानी आ रहा था जो तुसी प्ली बारगेनिंग कर रहे होते। ਪਲੀ ਬਾਰਗੇਨ ਹੈ ਕੀ ਚੀਜ਼ ਹੈ? 20 ਕਰੋੜ ਦੀ ਕਰਪਸ਼ਨ ਕਰੋ, 10 ਲੱਖ ਦੇ ਕੇ ਛੁੱਟ ਜਾਓ। अजीब व गरीब कानून है वैसे ये नैब का, और अगर कोई अच्छी कोई ढंग की गवर्नमेंट आए तो नैब के कम से कम इस कानून में तब्दीली जो है वो ज़रूर करनी चाहिए, इसलिए कि इससे रियासत की कमज़ोरी जाहिर होती है कि कोई शख्स 20 करोड़ की करप्शन करे और वो प्ली बार्गेन करके और फिर उसके बाद छुट जाए और फिर उसके बाद मज़े करता फिरे। तो सीधी सीधी कैलकुलेशन है कि आप करप्शन करें, 2 साल जेल में रहें, 10 करोड़ अगर आपने करप्शन किया उसमें से चंद करोड़ आप दें और उसके बाद आप मज़े करें, तो इससे बेहतर तो कैलकुलेशन कोई नहीं हो सकती 2 नंबर आदमी के लिए। उसके बाद सारी जिंदगी वो अयाशी करता फिरेगा, नैब की तरफ से क्लियरेंस का ठप्पा लग जाएगा उसके ऊपर। तो इस कानून में भी तरमीम होनी चाहिए। ਇਹ ਜਿਹੜੇ ਤੁਹਾਡੇ ਗੁੱਡ ਖਿਆਲਾਤ ਨੇ ਅਸੀਂ ਜਵੇਦ ਇਕਬਾਲ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ।
ये लेजिस्लेशन करने वालों का काम है, और जिन्होंने लेजिस्लेशन करनी है वो तो मौजूदा जो नैब है उसके भी पर काटने के चक्कर में है, कुछ आके वो प्ली बार्गेन खत्म करेंगे। चल बेबी छेती कर, जो कुछ है सामने काट दे। छेती छेती छेती, टाइम नहीं है, कैश भी इथे ला दे। चलो भी चलो, जल्दी भी जल्दी। नैब दी कार्रवाई विच हाथ ना मार। मैं बता रहा हूं आप लोग गलती कर रहे हैं, इनकी शनाख्त कंफर्म करनी चाहिए थी पहले आपको। ओए ना ये डपा रहा नैब। और नाम कितना ही भारी क्यों ना हो, मगर कोई कायदा कोई कानून तो है ना इस मुल्क में, उसको फॉलो करना है ना सबने, कि नहीं करना है। ये तो कोई तरीका नहीं है कि कोई भी आदमी किसी भी इदारे की वर्दी पहन के या किसी भी इदारे का नाम लेकर किसी को भी लूट ले। बाजी ਇਹਦੇ ਚ ਮੈਂ ਆਪਣੀ ਤਨਖਾਹ ਕੱਢ ਲਵਾਂ। लो बेटा हाँ इधर रख, इस्त्री भी इलीगल है। इधर दो, इधर नैब दी कार्रवाई तो इधर दो जी सर। ਤੁਸੀਂ ਲੋਕ ਸਾਡਾ ਟਾਈਮ ਵੇਸਟ ਕਰ ਰਹੇ ਹੋ, ਟਾਈਮ। ਇਹ ਵੇਖੋ ਇਹ ਤੋਫੈਲ ਪਕੜੋ ਨੇ 5-6 ਲੋਕਾਂ ਨੂੰ ਹੋਰ ਪਕੜਨਾ ਹੈ। ਇਹ ਕਾਗਜ਼ਾਂ 'ਚ ਮੈਂ ਕੋ ਪਕੌੜੇ ਨਹੀਂ ਪਵਾੜੇ। ਇਹ ਤੇ ਭਾਬੀ ਦੀ ਤਲਾਕ ਲੱਗਦੀ ਮੈਨੂੰ। सर जी तलाक तो उस मोटो नु होनी है जिन्हें सानू नैब वाला समझ के सारा जेवर ते कैश सानू देता है। निकलो सर निकलो। खबरदार ਤੁਸੀਂ ਨੈਬ ਨਾਲ ਦਸਤਰਾਜ਼ੀ ਕਰ ਰਹੇ ਹੋ। चिट्टे कपड़े वाले बाहर खड़े ने। खड़ोते रह अरे कालिया इधर आवे जरा। ਦੇਖ ਤੂੰ ਪਿੰਨੀ ਦਰਾਜ਼ੀ ਕਰ ਰਿਹਾ ਨੈਬ ਨੂੰ। ਆ ਤਾਂ ਅੰਦਰਾਜ਼ੀ ਵੀ ਹੋ ਗਈ। कहीं नहीं जाइएगा, थोड़ी देर वक्त के बाद वापस आते हैं। प्रोग्राम के अगले मरले में आपके लिए बहुत कुछ है। आप देख रहे हैं सियासी थिएटर, किसी भी रूप में आए कोई नौसरबाज, होशियार रहें, कहीं नहीं जाइएगा। ਹੁਣ ਦੱਸ ਮਦਾਰੀਆ सब कुछ लीला तो परे हो जाए। वेलकम बैक नाज़रीन, प्रोग्राम में दोबारा हाजिर खिदमत है। नाज़रीन गिरामी, खाना बदोशों के बारे में एक आम तासुर यह है कि ये लोग गुर्बत की, मुफलिसी की, सादगी की अलामत होते हैं, मगर गुजरात के कुछ खाना बदोशों ने इस तासुर को गलत साबित किया है। एक खाना बदोश फैमिली ने अपनी शादी पर पैसा पानी की तरह बहाया है, इतना पैसा पानी की तरह बहाया है कि ये सवाल उठ खड़ा हुआ है कि ये पैसा इनके पास आया कहां से। ऐसी एक और फैमिली भी हमारे साथ होगी, मगर पहले रिपोर्ट देखते हैं एक्सप्रेस न्यूज की। गुजरात के खाना बदोशों ने शादी की खुशी में पैसा पानी की तरह बहा दिया। खाना बदोश मोहसिन की शादी की तकरीबात का आगाज तेल मेहंदी की रस्म से हुआ। मेहमानों की खिदमत के लिए जहां तरह तरह के खाने पकाए गए, वहीं तफरीह के लिए गुलकारा की खिदमत भी हासिल की गई। गानों पर नौजवान रात गए तक ठुमके लगाते रहे। बारात की बारी आई तो दुल्हे के लिए लेमोजीन गाड़ी सजाई गई। बाराती भी 20 से ज्यादा चमचमाती गाड़ियों में साथ चले। बैंड की धुनों और ढोल की थाप पर बारात झुग्गियों से निकली तो देखने वाले हैरत में गुम हो गए। बारात की ड्रोन कैमरे से फिल्म बनाई गई और दूल्हे के दोस्त नोट निछावर करते रहे। खाना बदोश मोहसिन और सोबिया की दावत वलीमा के लिए पिंडाल सजा तो सैकड़ों मेहमान शरीक हुए। मेहमानों की तवाज़ो मटन कोरमा, बीफ कढ़ाई, खीर और मशरूबात से की गई। अब्दुल सत्तार मिर्जा, एक्सप्रेस न्यूज, गुजरात। ਤੇ ਸ਼ਾਹਜੀ ਸਤਾਰ ਮਿਰਜ਼ਾ ਵੀ ਸਾਡੇ ਵਿਆਹ ਤੋਂ ਰੋਟੀ ਖਾ ਕੇ ਗਿਆ, ਨਾਲ 2 ਕਿਲੋ ਦੇਸੀ ਘਿਓ ਸ਼ਾਹਪੁਰ ਚ ਪਾ ਕੇ ਇਹਨੂੰ ਦਿੱਤਾ। ਤੇ ਸਖੀਆ ਨਾਲ ਮੈਂ ਚੀਨੀ ਇੰਨੀ ਦਿੱਤੀ ਏ, ਮੈਂ ਕਿਹਾ ਲੈ ਜਾ ਤੇਰਾ ਪੂਰਾ ਚੈਨਲ ਮਿੱਠਾ ਹੋ ਜਾਏ। ਤੇ ਚੀਨੀ ਖਾਧੀ ਨਾ ਜਾਵੇ ਤੇ ਚੈਨਲ ਤੇ ਸ਼ਿਕੰਜਵੀ ਵੇਚ ਲਈ। ਚੀਨੀ ਤੇ ਸ਼ਾਹ ਜੀ ਇਹਨਾਂ ਨੇ ਇੰਨੀ ਵੰਡੀ ਹੈ ਕਿ ਅੱਧੇ ਖਾਨਦਾਨਾਂ ਨੂੰ ਸ਼ੂਗਰ ਹੋ ਗਈ। ਹਾਏ ਅੱਬਾ ਮੇਰਾ ਆਂਦਾ ਵੀ ਮੈਂ ਕੱਲਾ ਇਨਸੂਲਿਨ ਦਾ ਟੀਕਾ ਕਿਉਂ ਲਵਾਵਾਂ, ਪੂਰੇ ਟੱਬਰ ਨੂੰ ਸ਼ੂਗਰ ਹੋ ਜਾਏ। ਤੇ ਸਖੀਆ ਮੈਂ ਆਪਣੇ ਪੁੱਤਰ ਦੇ ਵਿਆਹ ਤੇ ਚਾਹ ਲੈਣ ਲਈ ਐ ਲਾਹੌਰ ਤੂੰ ਸੱਦੀ ਗਾਣ ਵਾਲੀ ਕਹਿੰਦੀ 2.5 ਲੱਖ ਲੈਣਾ। ਮੈਂ ਕਿਹਾ 3 ਲੱਖ, ਨਾਲ 2 ਬੱਚਾ ਤੇ ਨਾਲ ਘਰ ਦੀ ਪਲੀ ਕੁੱਤੀ ਦਿਆ। ਸਾਜੀ ਕੁੱਤੀ ਵੀ ਏਡੀ ਲਾਡਲੀ ਸੀ ਵੀ ਮੈਂ ਤੇ ਕੁੱਤੀ ਦੋਵੇਂ ਇਕੱਠੇ ਜਵਾਨ ਹੋਏ। ਹਾਂਜੀ ਸ਼ਾਹ ਜੀ, ਇਹ ਦੋਵੇਂ ਜਦੋਂ ਮਹੱਲੇ 'ਚ ਨਿਕਲਦੇ ਸਨ ਸਾਰਾ ਮਹੱਲਾ ਕਹਿਣ ਰਿਹਾ ਹੁੰਦਾ ਸੀ ਟਵਿੰਸ ਜਾ ਰਹੇ ਹੈ। ਅੱਛਾ ਜੀ, ਸਾਡੇ ਖਾਨਾ ਬਦੋਸ਼ਾਂ ਦੇ ਖਾਨਦਾਨ ਦੇ ਵਿੱਚ ਮੱਝ ਸਸਤੀ ਤੇ ਕੁੱਤੀ ਮਹਿੰਗੀ ਲੱਭਦੀ ਜੇ। क्यों? ਉਹ ਇਸ ਲਈ ਕਿ ਮੱਝ ਪੈਂਦੀ ਨਹੀਂ, ਕੁੱਤੀ ਪੈ ਜਾਂਦੀ ਏ। ਹੁਣ ਤੇ ਜਿਹੜਾ ਵੋਟ ਮੰਗਣ ਆਵੇ ਉਹਨੂੰ ਪੈ ਜਾਂਦੀ ਏ। ਓਏ ਸਲੂਕਿਆ ਜੀ ਅੱਬਾ, ਬਈ ਕੁੱਤੀ ਵੀ ਏਡੀ ਚੰਗੀ, ਕਈ ਵਾਰੀ ਮੈਂ ਕਿਹਾ ਪੈ ਜਾ ਤੇ ਉੱਥੇ ਹੀ ਪੈ ਗਈ। ਕਈ ਵਾਰੀ ਤੇ ਆਪੇ ਤੇ ਪਹੁੰਚੇ ਨੂੰ ਪੈ ਗਈ। ਅੱਬਾ ਤੂੰ ਵੀ ਤੇ ਪਹੁੰਚਾ, ਹਰ ਕੁੱਤੀ ਅੱਗੇ ਕਰ ਦਿੰਨਾ ਨਾ। ਓਏ ਬਕ ਬਕ ਨਾ ਕਰੋ, ਵੱਡੇ ਟੀਵੀਆਂ ਤੇ ਆਂਦੇ ਪਏ ਆ। ਹਾਂ, ਪਹਿਲੇ ਤੇ ਵੱਡੀਆਂ ਗੱਡੀਆਂ ਥੱਲੇ ਹੀ ਆਉਂਦੇ ਰਹੇ।
ਹਾਂਜੀ ਉਜ਼ਬੇਕਿਸਤਾਨ ਦੀ ਇਹ ਹਸੀਨਾ ਜਿਹੜਾ ਮੇਰੇ ਪੁੱਤਰ ਦੇ ਵਿਆਹ ਤੇ ਗਾਣਾ ਗਾਈ ਸੁੱਟ ਇੱਥੇ। ਆ ਕਮਾਲ ਗਾਣਾ ਗਾਂਧੀ ਜੀ ਸ਼ਾਹ ਜੀ ਆ ਭਾਈ ਹੋਰਾਂ ਦੇ ਵਿਆਹ ਤੇ ਕੀ ਗਾਣਾ ਗਾਇਆ, ਪਿਓ ਸਾਡਾ ਜੋਸ਼ ਵਿੱਚ ਆ ਗਿਆ। ਆ ਯਕੀਨ ਕਰੋ ਤੰਬੂ ਵਾਲੇ ਵਾਸ ਦੇ ਉੱਤੇ ਚੜ ਕੇ ਨੱਚਿਆ। ਹਾਂ ਤੇ ਕੁੱਲੀਆਂ ਵਿੱਚੋਂ ਬਾਸ ਖਿੱਚ ਕੇ ਤੇ ਦੇਗਾ ਚੁੱਕਣ ਚਲਾ ਗਿਆ, ਸਾਰੀ ਜੰਜ ਥੱਲੇ ਲਪੇਟੀ ਗਈ। ਮੈਂ ਸੁਣਾ ਦੇਣਾ ਜਿਹੜਾ ਸਾਡੇ ਲਈ ਗਾਣਾ ਗਾਇਆ ਸੀ, ਤੇਰੇ ਗਾਣੇ ਪਿੱਛੇ ਮੇਰਾ ਹੱਕ ਮੈਂ ਰੁਕਿਆ ਪਿਆ। ਗਾਣਾ ਸੁਣਾ ਦੇ, ਨਹੀਂ ਤੇ ਜਿਹੜੇ ਪੈਸੇ ਤੈਨੂੰ ਦਿੱਤੇ ਸੀ ਹੁਣੇ ਮੰਗ ਲੈਣੇ ਨੇ। ਦੋ ਦੇਵਰਾ ਸ਼ਰਮਾ ਨਾ, ਇਹ ਮੀਡੀਆ ਦੇ ਲੋਕ ਆਪ ਬੜੇ ਸ਼ੌਕੀਨ ਹੁੰਦੇ ਨੇ। ਸੁਣਾ ਦੇ। ਉਹ ਸੁੱਖੋ ਨੱਚਣਾ ਬੰਦ ਕਰ, ਮੈਨੂੰ ਤੇਰਾ ਮੰਗਣਾ ਪਸੰਦ ਨਹੀਂ, ਤੂੰ ਨੱਚਣਾ ਸ਼ੁਰੂ ਕਰ ਦਿੱਤਾ ਈ। ਨਾ ਮੈਨੂੰ ਮੰਗਦਿਆ ਵੇਖ ਕੇ ਤੇ ਮੈਨੂੰ ਪਸੰਦ ਕੀਤਾ ਈ, ਅੱਜ ਮੇਰਾ ਮੰਗਣਾ ਪਸੰਦ ਨਹੀਂ। ਅੱਛਾ ਜੀ, ਅੱਲਾ ਭਲਾ ਕਰੇ, ਰਿਸ਼ਤੇ ਕਰਾਉਣ ਵਾਲੀ ਦਾ ਯਕੀਨ ਕਰੋ। ਉਹਨੇ ਦੱਸਿਆ ਸੀ ਕਿ ਭਰਜਾਈ ਸਾਡੀ ਤਾਂ ਸਾਨੂੰ ਨੋਟ ਲੈਣ ਲੱਗਿਆ, ਗੱਡੀ ਦੇ ਪਿੱਛੇ ਦੌੜ ਪੈਂਦੀ ਏ, ਅਸੀਂ ਹਾਂ ਕਰ ਦਿੱਤੀ। ਇੱਕ ਚੈੱਕ ਕਰਨ ਵਾਸਤੇ ਮੇਰਾ ਆਬਾ 10 ਵਾਲੀਆਂ ਕਾਪੀਆਂ ਲੈ ਕੇ ਗੁਜਰਾਂ ਵਾਲੇ ਦੀ ਬੱਸ 'ਚ ਬੈਠਾ ਰਿਹਾ, ਇਹ ਪਿੱਛੇ ਨੱਸੀ ਆਈ, ਇਹਨੂੰ ਯਕੀਨ ਹੋਇਆ ਤੇ ਇਹਨੇ ਸ਼ਾਦੀ ਕੀਤੀ। ਫਿਰ ਮੈਂ ਵੇਖਿਆ, ਮੈਂ ਕਹਿੰਦਾ ਥੱਕਣੇ ਵਾਲੀ ਨਾ ਰੁਕਣੇ ਵਾਲੀ, ਇਹ ਮੇਰੀ ਨੌ ਬਣ ਸਕਦੀ। ਵੇ ਅੱਜ ਤੱਕ ਕੋਈ ਜੰਮਿਆ ਨਹੀਂ ਜਿਹੜਾ ਮੈਨੂੰ ਪੈਸੇ ਦਿੱਤੇ ਬਗੈਰ ਚਲਾ ਜਾਏ। ਯਕੀਨ ਕਰੋ ਭਰਾ ਜੀ, ਅਗਰ ਇਸ਼ਾਰਾ ਖੁੱਲ ਵੀ ਜਾਏ ਨਾ, ਲੋਕੀ ਚਲਦੀ ਗੱਡੀਆਂ 'ਚੋਂ ਪੈਸੇ ਸੁੱਟ ਰਹੇ ਹੁੰਦੇ ਨੇ। अच्छा, ਉਹਨਾਂ ਨੂੰ ਪਤਾ ਹੈ ਸੁੱਖੋ ਨੇ ਬਦਵਾਵਾਂ ਹੀ ਬੜੀਆਂ ਦੇਣੀਆਂ। ਸ਼ਾਹ ਜੀ, ਮੈਂ ਤਾਂ ਕਹਿੰਦਾ ਗਵਰਨਮੈਂਟ ਪਾਕਿਸਤਾਨ ਨੂੰ ਦੇ ਦਿਓ, ਅਮਦਾਦ ਬੜੀ ਚੰਗੀ ਮੰਗ ਲੈਂਦੀ ਜੇ। अच्छा जी, ये बताइए कि ये लाखों रुपया, यानी कि लाखों रुपया, 1.5 लाख रुपए की तो लेमोजीन करवाई आपने? जी जी, 1.5 लाख रुपए की लेमोजीन। ਲੈਮੋਜ਼ੀਨ ਏਡੀ ਲੰਮੀ ਗੱਡੀ ਹੈ ਸ਼ਾਹ ਜੀ, ਪਿੱਛੋਂ ਚੋਰ ਚੋਰੀ ਕਰਕੇ ਉਤਰ ਜਾਏ, ਡਰਾਈਵਰ ਨੂੰ ਪਤਾ ਹੀ ਨਹੀਂ ਲੱਗਦਾ। ਤੇ ਫਿਰ ਸ਼ਾਹ ਜੀ ਉਹਦੇ ਵਿੱਚ ਫ੍ਰਿਜ ਵੀ ਲੱਗੀ ਹੈ, ਉਹਦੇ ਵਿੱਚ ਜੰਗਲ ਪਾਣੀ ਵੀ ਬੰਦਾ ਹੋ ਆਂਦਾ। अच्छा, यही तो सवाल पैदा होता है कि आप तो पक्षीवास लोग हैं, खाना बदोश लोग हैं, इतना पैसा आप लोगों के पास आया कहां से? वाह वाह सखिया, लादे सड़ ते इल्जाम कि ਅਸੀਂ ਮਨੀ ਲਾਂਡਰਿੰਗ ਕੀਤੀ। ਆ ਖੋਤਿਆਂ ਦੇ ਬਹਿ ਕੇ ਕਿਹੜੀ ਮਨੀ ਲਾਂਡਰਿੰਗ ਹੁੰਦੀ ਹੈ? ਤੂੰ ਚੁੱਪ ਕਰ, ਖੋਤੇ ਦਿਆ ਪੁੱਤਰਾ। ਅੱਬਾ ਜੀ ਤੁਹਾਡਾ ਹੀ ਹੈ। ਏਡਾ ਹੈਰਾਨ ਕਿਉਂ ਹੁੰਦਾ? ਮੈਂ ਕਿਹੜਾ ਖੱਚਰ ਦਾ ਵਾਂ? ਹਾਂ ਹੋਏ, ਕਿਹੜੀ ਸ਼ੁਗਲੀ ਫੈਮਿਲੀ 'ਚ ਮੇਰਾ ਵਿਆਹ ਹੋ ਗਿਆ ਹੈ। ਪਹਿਲੇ ਤਾਂ ਤੇਰਾ ਕਪੂਰ ਖਾਨਦਾਨ ਚ ਵਿਆਹ ਹੋਣ ਲੱਗਾ ਸੀ। लेकिन मेरा सवाल वहीं अपनी जगह पे है कि भाई इतना पैसा कहां से आ गया आपके पास? ਅੱਛਾ ਜੀ, ਤੁਸੀਂ ਵੀ ਬੜੇ ਸਾਦੇ ਬੰਦਿਆਂ ਵਾਲੀ ਗੱਲ ਪੇ ਕਰਦੇ ਹੋ। ਸਾਡੇ ਪਿਓ ਨੇ ਸਾਰੀ ਜ਼ਿੰਦਗੀ ਸਾਡੇ ਵਾਸਤੇ ਹੀ ਕਮਾਇਆ, ਦਰ ਦਰ ਤੋਂ ਪੈਸੇ ਮੰਗ ਕੇ ਸਾਡੇ ਲਈ ਇਕੱਠੇ ਕੀਤੇ ਨੇ, ਤੇ ਹੁਣ ਮੇਰੇ ਵਿਆਹ ਤੇ ਮੇਰੇ ਪਿਓ ਨੇ ਮੇਰੀ ਇੱਕ ਇੱਕ ਗੱਲ ਤੇ ਇੱਕ ਇੱਕ ਖਾਹਿਸ਼ ਦਾ ਇਤਰਾਮ ਕੀਤਾ। इतना पैसा आ गया आपके पास? ਇੰਨਾ ਪੈਸਾ ਸ਼ਾਹ ਜੀ, ਆ ਜਿਹੜੀ ਜੁੱਤੀ ਹੈ ਕੋਈ ਆਮ ਜੁੱਤੀ ਨਹੀਂ ਹੈ, क्या खास बात है इसमें? ਇਹ ਕਈਆਂ ਨੂੰ ਵੱਜ ਕੇ ਮੇਰੇ ਤੱਕ ਪਹੁੰਚੀ। ਬੜੀ ਮਹਿੰਗੀ ਜੁੱਤੀ ਹੈ, ਮੇਰੇ ਪਿਓ ਨੇ ਜੀ ਕੀਮਤ ਅਦਾ ਕੀਤੀ ਕਿ ਮੇਰਾ ਪੁੱਤਰ ਆਪਣੇ ਵਿਆਹ ਤੇ ਇਹੀ ਜੁੱਤੀ ਪਾਸੀ। ਇਹ 50,000 ਦੀ ਜੁੱਤੀ ਦਿੱਤੀ ਹੈ, ਨਾਲ ਉਹਨਾਂ ਨੇ ਸ਼ਰਤ ਰੱਖੀ ਹੈ। क्या? ਉਹਨੇ ਮੇਰੇ ਅੱਬੇ ਨੂੰ ਕਿਹਾ, ਪਹਿਲਾਂ ਜੁੱਤੀ ਫੜ ਕੇ ਆਪਣੇ ਸਿਰ 'ਚ ਦੋ ਮਾਰ ਤੇ ਫਿਰ ਜਾਈ। ਅੱਬੇ ਨੇ ਤੇ ਫਿਰ ਸ਼ਰਮ ਕੀਤੀ ਤੇ ਇਹ ਹਿੰਮਤ ਫਿਰ ਮੈਂ ਕੀਤੀ। ਤੁਸੀਂ ਦੋਵੇਂ ਮੇਰੇ ਨਹੀਂ। ਲਓ ਜੀ, ਸਦਕੇ ਜਾਈਏ ਇਸ ਜੁੱਤੀ ਦੇ ਜਿਹਨੇ ਅਸਲ ਰਾਜ਼ ਖੋਲ ਦਿੱਤਾ ਜੇ। ਅੱਲਾ ਤੇਰੀ ਵਜ੍ਹਾ ਤੋਂ ਮੈਂ ਵੀ ਨਾਅਹਿਲ ਹੋ ਗਿਆ। ਹਾਏ ਮੈਂ ਮਰ ਗਈ, ਮੈਨੂੰ ਪਹਿਲੇ ਹੀ ਪਤਾ ਸੀ ਕਿ ਇੰਨਾ ਰੁਪਈਆ ਆਪਣੇ ਵਿਆਹ ਤੇ ਕੋਈ ਨਾ ਅਹਿਲ ਬੰਦਾ ਹੀ ਉਜਾੜ ਸਕਦਾ ਹੈ। नाज़रीन, स्टे विद अस, कहीं नहीं जाइएगा, छोटे वक्फे के बाद वापस आते हैं। प्रोग्राम के अगले मरले में आपके लिए बहुत कुछ है। आप देख रहे हैं सियासी थिएटर। अब्बा ਕੀ ਹੋ? चल अपनी चीज चलिए, मेरी खोती इंतजार करती पई है। ਉਹ ਤੇਰਾ ਨਹੀਂ ਕਰਦੀ ਪਈ, ਇਹਦਾ ਕਰਦੀ ਨੂੰ ਵੇਖ ਕੇ ਉਹਨੇ ਬੇਹੋਸ਼ ਹੋਣਾ ਹੁੰਦਾ ਹੈ। वेलकम बैक नाज़रीन, प्रोग्राम में दोबारा हाजिर खिदमत है। नाज़रीन ग्रामी, वक्त हुआ है हमारे सेगमेंट का जिसका नाम है हू बहू। और आप जानते हैं कि बॉलीवुड में पूरी दुनिया से जो कॉपी किए जाते हैं गाने, और ख़ास तौर पे जो पाकिस्तानी म्यूज़िक पर हाथ साफ किया जाता है, इस सेगमेंट में हम उस पर बात करते हैं। आज जो पहला कॉपी गाना हमने लिया है, उस फिल्म का नाम था जीना सिर्फ मेरे लिए। 2002 में ये फिल्म भारत में रिलीज होती है। तलत जानी नामी एक साहब इसके डायरेक्टर थे, नदीम श्रवण साहब। आप जानते हैं कि बहुत ही वो मद्दाह रहे हैं हमेशा
पाकिस्तानी म्यूजिक के और इतने बड़े मद्दार रहे हैं कि तकरीबन अपनी हर फिल्म में उन्होंने 2 या कम से कम 1 गाना तो ज़रूर ही शामिल किया होगा अपने पूरे करियर में, जो पाकिस्तानी फिल्म से या पाकिस्तानी म्यूजिक इंडस्ट्री से कॉपी किया गया हो। करीना कपूर और तुषार कपूर इस फिल्म के नुमायां सितारों में शामिल थे। गाया था इस गाने को अलका याग्निक और सोनू निगम ने, बहुत हिट हुआ था 2002 में भी। ओरिजिनली कब पाकिस्तान में प्रोड्यूस हुआ ये मैं आपको वापस आकर बताऊंगा। इंडिया में 2002 में कॉपी हुआ, सन याद रखिएगा 2002। ये था आज का शो और इस गाने में ट्रेन की सीटी के 100 मील दूर से बजने और सुने जाने का तस्करा है। तो मुझे मुनीर साहब याद आ गए। सुबह सादिक की हवा में दर्द था कितना मुनीर, सुबह सादिक की हवा में दर्द था कितना मुनीर, रेल की सीटी बजी तो दिल लहू से भर गया। इजाजत दीजिए, अल्लाह हाफिज।